नमस्कार, मैं नियाज खान और आप देख रहे हैं एनएमएफ न्यूज। शायद ही ऐसा कोई शख्स होगा जो नवजोत सिंह सिद्धू से वाकिफ नहीं होगा। कभी दूसरों को हंसाने के मामले में तो कभी राजनीतिक गलियारों में किसी नए विवाद की वजह से नवजोत सिंह सिद्धू अक्सर सुर्खियों में छाए रहते हैं। लेकिन इस बार मामला राजनीति से जुड़ा हुआ नहीं है। लेकिन ये जरूर कह सकते हैं कि पंजाब कांग्रेस चीफ नवजोत सिंह सिद्धू विधानसभा चुनाव से पहले एक नई मुसीबत में पड़ चुके हैं और इसे आप पंजाब की राजनीति में एक बड़ा धमाका कह सकते हैं। दरअसल कांग्रेस पंजाब चीफ नवजोत सिंह सिद्धू की 70 साल की एनआरआई बड़ी बहन सुमन तूर ने पारिवारिक स्थिति को लेकर एक बड़ा ही सनसनीखेज खुलासा किया है। अपनी आप बीती को बताने के दौरान सिद्धू की एनआरआई बहन फूट फूट कर रोने लगती हैं। सुमन तूर ने कहा कि पैसों के लिए सिद्धू ने अपनी मां को लावारिस छोड़ दिया था, जिसके बाद साल 1989 में मां की दिल्ली रेलवे स्टेशन पर लावारिस स्थिति में मौत हो गई थी। आगे उन्होंने क्या कुछ कहा, आप भी सुनिए। 1980 से मेरे फादर की डेथ हुई 1986 ਵਿੱਚ ਤੇ ਇਹਨੇ ਮੇਰੀ ਮਦਰ ਨੂੰ ਉਸ ਤੋਂ ਬਾਅਦ ਭੋਗ ਤੋਂ ਬਾਅਦ ਇਹਨੇ ਕਲੀਅਰ ਕਰਤਾ ਵੀ ਤੇਰਾ ਇੱਥੇ ਕੱਖ ਨਹੀਂ ਹੈ, ਤੇਰਾ ਇੱਥੇ ਕੱਖ ਨਹੀਂ ਹੈ। ਜਿਹੜਾ ਘਰ ਉਹਨੇ ਆਮਨੇ ਤੇ ਉਹਦੇ ਘਰ ਵਾਲੇ ਨੇ ਆਪਣੇ ਖੂਨ ਪਸੀਨੇ ਨਾਲ ਕਮਾਇਆ ਸੀ। ਮੇਰੇ ਮਾਂ-ਪਿਓ ਅਮੀਰ ਨਹੀਂ ਸੀ ਸ਼ੁਰੂ ਤੋਂ। ਬੜੀ ਜਦੋਜਹਿਦ ਦੇਖੀ ਆ ਅਸੀਂ, ਦੇਖੀ ਆਪਣੀ ਮਾਂ ਨੂੰ ਨੌਕਰੀ ਕਰਦੇ ਤੇ ਉਹਦੇ ਸਾਈਕਲ ਪਿੱਛੇ ਮੈਂ ਤੇ ਮੇਰੀ ਭੈਣ ਇੱਕ ਲੱਤ ਇੱਧਰ ਕਰਕੇ ਬਹਿੰਦੀਆਂ ਹੁੰਦੀਆਂ ਸੀ। ਅੱਗੇ ਉਹਦੇ ਟੋਕਰੀ ਹੁੰਦੀ ਸੀ, ਉਹ ਸਾਨੂੰ ਸਕੂਲ ਛੱਡ ਕੇ ਆਉਂਦੀ ਸੀ ਤੇ ਸ਼ਾਮ ਨੂੰ ਲੈ ਕੇ ਆਉਂਦੀ ਸੀ। ਮੇਰੇ ਫਾਦਰ ਪਟਿਆਲੇ ਆਪਣਾ ਲਾਅ ਕਰਦੇ ਹੁੰਦੇ ਸੀ। ਫਿਰ ਉਸ ਤੋਂ ਬਾਅਦ ਟੁੱਟੇ ਹੋਏ ਸਕੂਟਰ ਤੇ ਜਾਂਦੇ ਦੇਖੇ ਉਹਨੂੰ। ਸੋ ਉਹ ਉਸ ਤੋਂ ਬਾਅਦ ਮੇਰੀ ਮਾਂ ਨੇ ਉਸ ਤੋਂ ਕਦੀ ਨਹੀਂ ਕੁਝ ਮੰਗਿਆ, ਨਾ ਅਸੀਂ ਕਦੀ ਭੈਣਾਂ ਨੇ ਕਦੀ ਕਹਿ ਦੇ ਵੀ ਮੇਰੇ ਤੋਂ ਇੱਕ ਧੇਲਾ ਵੀ ਮੰਗਿਆ। ਇਹਨੇ 1987 ਵਿੱਚ ਬਿਆਨ ਦਿੱਤਾ ਇੰਡੀਆ ਟੁਡੇ ਨੂੰ ਵੀ ਮੇਰੇ ਮਾਂ-ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਸੀ ਜਦੋਂ ਤਾਂ ਮੈਂ 2 ਸਾਲ ਦਾ। ਮੈਨੂੰ ਨਹੀਂ ਪਤਾ ਮੇਰੀਆਂ ਭੈਣਾਂ ਤੇ ਮਾਂ, ਆ ਮੈਂ ਫੋਟੋ ਦਿਖਾ ਰਹੀ ਹਾਂ ਤੁਹਾਨੂੰ, ਇਹ 2 ਸਾਲ ਦਾ ਲੱਗਦਾ ਤੁਹਾਨੂੰ? ਤੁਸੀਂ ਦੱਸ ਦਿਓ। ਇਹ ਅਸੀਂ ਭੈਣਾਂ, ਇਹ ਮੈਂ ਅਸੀਂ 2 ਭੈਣਾਂ, ਮੇਰਾ ਪਿਓ ਆ, ਮੈਂ ਆ ਮੇਰੀ ਭੈਣ ਇੱਧਰ, ਆ ਮੇਰੇ ਫਾਦਰ, ਆ ਸ਼ਹਿਰੀ ਹੈ, ਆ ਜਿਹੜਾ ਪਿੱਛੇ ਸਰਦਾਰ ਬੰਦਾ ਹੈ ਮੇਰੇ ਤਾਇਆ ਜੀ ਦਾ ਮੁੰਡਾ, ਜਿਹਦੇ ਵਿਆਹ ਤੇ ਫੋਟੋ ਲਿੱਤੀ ਗਈ ਹੈ, ਅਮਰਜੀਤ ਸਿੰਘ ਸਿੱਧੂ। ਇਹ 2 ਸਾਲ ਦਾ ਹੋ ਸਕਦਾ, ਮੇਰੀਆਂ ਅੱਖਾਂ ਨੂੰ ਭੁਲੇਖਾ ਪੈਂਦਾ ਹੋਵੇ। ਤੁਸੀਂ ਬਾਅਦ ਵਿੱਚ ਇਹਦੀ ਜਿੰਨੀ ਮਰਜ਼ੀ ਫੋਟੋ ਲੈ ਲਿਓ, ਮੈਂ ਇੱਥੇ ਰੱਖ ਜੂ, ਮੈਂ ਇੱਥੇ ਫੋਟੋ ਰੱਖ ਜਾਣੀ ਹੈ। ਤੁਸੀਂ ਲੈ ਲਿਓ ਇਹਦੀ ਫੋਟੋ ਸਾਰੇ ਜਾਣੇ ਜਿੱਦਾਂ ਵੀ ਲੈ। ਸੋ ਇਹਨੇ ਜਿਹੜਾ ਬਿਆਨ ਦਿੱਤਾ, ਮੇਰੀ ਮਾਂ ਇਹਦੇ ਕੋਲ ਗਈ ਲੁਧਿਆਣੇ ਤੋਂ, ਇਹਨੂੰ ਪੁੱਛਣ ਵੀ ਸ਼ਹਿਰੀ ਆ ਕੀ ਹੈ, ਤੂੰ ਝੂਠ ਕਿਉਂ ਬੋਲ ਰਿਹਾ? ਇਹ ਕਹਿੰਦਾ ਮੈਂ ਨਹੀਂ ਕਿਹਾ ਮੰਮੀ, ਇਹ ਕਿਸੇ ਹੋਰ ਨੇ ਕਿਹਾ। ਉਹ ਕਹਿੰਦੇ ਫਿਰ ਤੂੰ ਉਦੋਂ ਕਿਉਂ ਨਹੀਂ ਕਿਹਾ ਜਦ ਤੂੰ ਕੋਲ ਸੀ ਵੀ ਇਹ ਝੂਠ ਹੈ, ਤੂੰ ਚੁੱਪ ਕਿਉਂ ਰਿਹਾ? ਉਹ ਬਿਮਾਰ ਸੀ ਜਨਾਨੀ, ਉਹਨੂੰ ਡਾਇਬੀਟੀਜ਼ ਸੀ, ਉਹਦੀ ਅੱਖਾਂ ਤੇ ਬਹੁਤ ਅਸਰ ਸੀ, ਪਰ ਉਹਨੇ ਇਸ ਤੋਂ ਇੱਕ ਤਰ੍ਹਾਂ ਦੀ ਧੇਲਾ ਨਹੀਂ ਮੰਗਿਆ, ਨਾ ਇਹਨੇ ਕਦੀ ਉਹਨੂੰ ਦਿੱਤਾ। ਉਹ ਕਹਿੰਦੇ ਵੀ ਮੈਂ ਇਹ ਕਲੀਅਰ ਕਰਨਾ ਹੈ, ਮੈਂ ਕੋਰਟ ਵਿੱਚ ਜਾਊਂਗੀ। ਕਹਿੰਦਾ ਹਾਂ ਮਾਂ ਤੂੰ ਕੋਰਟ 'ਚ ਜਾ, ਮੈਂ ਤੇਰੇ ਨਾਲ ਜਾ ਕੇ ਕਹੂੰਗਾ ਵੀ ਇਹ ਝੂਠ ਹੈ। ਉਹ ਕਹਿੰਦੀ ਠੀਕ ਹੈ। ਉਹਨੇ ਕਚਹਿਰੀ 'ਚ ਦਿੱਲੀ ਕੋਰਟ 'ਚ ਕੇਸ ਕੀਤਾ ਇੰਡੀਆ ਟੁਡੇ ਤੇ। ਉਹ ਜਾਂਦੀ ਰਹੀ ਪੇਸ਼ੀ ਤੇ ਹੀ ਨਹੀਂ ਗਿਆ, ਉਹਦੇ ਨਾਲ ਨਹੀਂ ਤੁਰਿਆ, ਉਹ ਕੱਲੀ ਜਾਂਦੀ ਰਹੀ
ਸਤੰਬਰ 1989 ਵਿੱਚ ਉਹ ਪੇਸ਼ੀ ਤੋਂ ਆ ਰਹੀ ਸੀ। ਮਾਫ ਕਰਿਓ, ਉਹਦੀ ਦਿੱਲੀ ਰੇਲਵੇ ਸਟੇਸ਼ਨ ਤੇ ਇੱਕ ਲਵਾਰਸ ਔਰਤ ਦੀ ਤਰ੍ਹਾਂ ਮੌਤ ਹੋ ਗਈ, ਜਿਹਦੇ ਕੋਲ ਕੋਈ ਉਹਦਾ ਘਰ ਵਾਲਾ ਬੱਚਾ ਨਹੀਂ ਸੀ, ਕੋਈ ਹੋਰ ਨਹੀਂ ਸੀ, ਜਦ ਕਿ ਇਹ ਉਹਦੇ ਪੈਸੇ ਤੇ ਐਸ਼ ਕਰ ਰਿਹਾ ਸੀ, ਕਿਉਂਕਿ ਉਹਨੂੰ ਹਿੱਸਾ ਨਾ ਦੇਣਾ ਪਏ, जिस करके ਇਹਨੇ ਝੂਠ ਬੋਲਿਆ, जो मैं समझती हूँ। तो आपने देखा किस तरह से सुमंतूर अपनी आत्मकथा और नवजोत सिंह सिद्धू की गलतियों को गिनवाते गिनवाते रोने लगती हैं। आपको यहाँ बता दें कि सुमंतूर सिद्धू से 15 साल उम्र में बड़ी हैं और वो अमेरिका में रहती हैं। उन्होंने प्रेस कॉन्फ्रेंस के दौरान बताया कि पिता की मौत के बाद सिद्धू ने मां को घर से बाहर निकाल दिया था। इस संबंध में कई बार सिद्धू से बात की, व्हाट्सएप पर मैसेज किया, इसके बाद सिद्धू ने मुझे ब्लॉक कर दिया। खैर, सुमंतूर इतने पर नहीं रुकती हैं, आगे कहती हैं कि नवजोत सिंह सिद्धू अपने परिवार के प्रति इतने भावनाहीन हैं कि बड़ी बहन और परिवार के सदस्यों की दुर्घटना में दुखद मौत के बाद उन्होंने शोक तक नहीं व्यक्त किया था। बहरहाल, जाते जाते एक बार फिर आपको सुमंतूर के बयानों के साथ छोड़ जाते हैं। सुनने के बाद आप अपनी राय कमेंट बॉक्स में ज़रूर दीजिएगा। 1980 से मेरे फादर की डेथ हुई 1986 ਵਿੱਚ ਤੇ ਇਹਨੇ ਮੇਰੀ ਮਦਰ ਨੂੰ ਉਸ ਤੋਂ ਬਾਅਦ ਭੋਗ ਤੋਂ ਬਾਅਦ ਇਹਨੇ ਕਲੀਅਰ ਕਰਤਾ ਵੀ ਤੇਰਾ ਇੱਥੇ ਕੱਖ ਨਹੀਂ ਹੈ, ਤੇਰਾ ਇੱਥੇ ਕੱਖ ਨਹੀਂ ਹੈ। ਜਿਹੜਾ ਘਰ ਉਹਨੇ ਆਮਨੇ ਤੇ ਉਹਦੇ ਘਰ ਵਾਲੇ ਨੇ ਆਪਣੇ ਖੂਨ ਪਸੀਨੇ ਨਾਲ ਕਮਾਇਆ ਸੀ। मेरे माँ प्यो अमीर नहीं सी, शुरू तो बड़ी जद्दोजहद देखी है, असी देखी अपनी माँ नूं नौकरी करदे ते ओहदे साइकिल पिछे मैं ते मेरी भैन एक लत्त इधर करके बहंदियां हुंदियां सी। अगे ओहदे टोकरी हुंदी सी, ਉਹ ਸਾਨੂੰ ਸਕੂਲ ਛੱਡ ਕੇ ਆਂਦੀ ਸੀ ਤੇ ਸ਼ਾਮ ਨੂੰ ਲੈ ਕੇ ਆਂਦੀ ਸੀ। मेरे फादर पटियाले अपना लॉ करते होंगे, फिर उस बाद टुटे हुए स्कूटर ते जाते देखे उन्हें। सो उस तो बाद मेरी मां ने उस तो कदी नहीं कुछ मंगया, ना असी कदी भैनों ने कदी कह दे भी मेरे तो एक धेला भी मंगया। इन्हें 1987 विच बयान दिता इंडिया टुडे नूं भी मेरे माँ प्यो की जुडिशियल सैपरेशन हुई सी ਜਦੋਂ ਤਾਂ मैं 2 ਸਾਲ ਦਾ। ਮੈਨੂੰ नहीं पता मेरिया भैनां ते मां आ मैं फोटो दिखा रही हूं ਤੁਹਾਨੂੰ, ਇਹ 2 ਸਾਲ ਦਾ लगता ਤੁਹਾਨੂੰ? ਤੁਸੀਂ ਦੱਸ ਦਿਓ। ਇਹ ਅਸੀਂ ਭੈਣਾਂ, ਇਹ ਮੈਂ ਅਸੀਂ 2 ਭੈਣਾਂ, ਮੇਰਾ ਪਿਓ ਆ, ਮੈਂ ਆ ਮੇਰੀ ਭੈਣ ਇੱਧਰ, ਆ ਮੇਰੇ फादर, आ शहरी है, आ ਜਿਹੜਾ ਪਿੱਛੇ ਸਰਦਾਰ ਬੰਦਾ ਹੈ ਮੇਰੇ ਤਾਇਆ ਜੀ ਦਾ ਮੁੰਡਾ, ਜਿਹਦੇ ਵਿਆਹ ਤੇ ਫੋਟੋ ਲਿੱਤੀ ਗਈ ਹੈ, ਅਮਰਜੀਤ ਸਿੰਘ ਸਿੱਧੂ। ਇਹ 2 ਸਾਲ ਦਾ ਹੈ, ਹੋ ਸਕਦਾ ਮੇਰੀਆਂ ਅੱਖਾਂ ਨੂੰ ਭੁਲੇਖਾ ਪੈਂਦਾ ਹੋਵੇ। थोड़ा सा नीचे करो मैम इसको, पिक्चर को और नीचे कर लो मैम, और नीचे ताकि फेस भी आ जाए, आपका फेस भी आ जाए, नीचे कर लो। ਤੁਸੀਂ ਬਾਅਦ ਵਿੱਚ ਇਹਦੀ ਜਿੰਨੀ ਮਰਜ਼ੀ ਫੋਟੋ ਲੈ ਲਿਓ, ਮੈਂ ਇੱਥੇ ਰੱਖ ਜੂ, ਮੈਂ ਇੱਥੇ ਫੋਟੋ ਰੱਖ ਜਾਣੀ ਹੈ, ਤੁਸੀਂ ਲੈ ਲਿਓ ਇਹਦੀ ਫੋਟੋ ਸਾਰੇ ਜਾਣੇ ਜਿੱਦਾਂ ਵੀ ਲੈ ਜਾਓ। एक मिनट और इधर कर दो मैडम, और इधर उस साइड कर। ਸੋ ਇਹਨੇ ਜਿਹੜਾ ਬਿਆਨ ਦਿੱਤਾ ਹੈ, ਮੇਰੀ ਮਾਂ ਇਹਦੇ ਕੋਲ ਗਈ ਲੁਧਿਆਣੇ ਤੋਂ, ਇਹਨੂੰ ਪੁੱਛਣ ਵੀ ਸ਼ਹਿਰੀ ਆ ਕੀ ਹੈ, ਤੂੰ ਝੂਠ ਕਿਉਂ ਬੋਲ ਰਿਹਾ? ਇਹ ਕਹਿੰਦਾ ਮੈਂ ਨਹੀਂ ਕਿਹਾ ਮੰਮੀ, ਇਹ ਕਿਸੇ ਹੋਰ ਨੇ ਕਿਹਾ। ਉਹ ਕਹਿੰਦੇ ਫਿਰ ਤੂੰ ਉਦੋਂ ਕਿਉਂ ਨਹੀਂ ਕਿਹਾ ਜਦ ਤੂੰ ਕੋਲ ਸੀ ਵੀ ਇਹ ਝੂਠ ਹੈ, ਤੂੰ ਚੁੱਪ ਕਿਉਂ ਰਿਹਾ? ਉਹ ਬਿਮਾਰ ਸੀ ਜਨਾਨੀ, ਉਹਨੂੰ ਡਾਇਬੀਟਿਸ ਸੀ,
ਉਹਦੀ ਅੱਖਾਂ ਤੇ ਬਹੁਤ ਅਸਰ ਸੀ, ਪਰ ਉਹਨੇ ਇਸ ਤੋਂ ਇੱਕ ਤਰ੍ਹਾਂ ਧੇਲਾ ਨਹੀਂ ਮੰਗਿਆ, ਨਾ ਇਹਨੇ ਕਦੀ ਉਹਨੂੰ ਦਿੱਤਾ। ਉਹ ਕਹਿੰਦੇ ਵੀ ਮੈਂ ਇਹ ਕਲੀਅਰ ਕਰਨਾ ਹੈ, ਮੈਂ ਕੋਰਟ ਵਿੱਚ ਜਾਊਂਗੀ। ਕਹਿੰਦਾ ਹਾਂ ਮਾਂ ਤੂੰ ਕੋਰਟ 'ਚ ਜਾ, ਮੈਂ ਤੇਰੇ ਨਾਲ ਜਾ ਕੇ ਕਹੂੰਗਾ ਵੀ ਇਹ ਝੂਠ ਹੈ। ਉਹ ਕਹਿੰਦੀ ਠੀਕ ਹੈ। ਉਹਨੇ ਕਚਹਿਰੀ 'ਚ ਦਿੱਲੀ ਕੋਰਟ 'ਚ ਕੇਸ ਕੀਤਾ ਇੰਡੀਆ ਟੁਡੇ ਤੇ। ਉਹ ਜਾਂਦੀ ਰਹੀ ਪੇਸ਼ੀ ਤੇ ਹੀ ਨਹੀਂ ਗਿਆ, ਉਹਦੇ ਨਾਲ ਨਹੀਂ ਤੁਰਿਆ, ਉਹ ਕੱਲੀ ਜਾਂਦੀ ਰਹੀ। ਸਤੰਬਰ 1989 ਵਿੱਚ ਉਹ ਪੇਸ਼ੀ ਤੋਂ ਆ ਰਹੀ ਸੀ। माफ करियो, ਉਹਦੀ ਦਿੱਲੀ ਰੇਲਵੇ ਸਟੇਸ਼ਨ ਤੇ ਇੱਕ ਲਵਾਰਸ ਔਰਤ ਦੀ ਤਰ੍ਹਾਂ ਮੌਤ ਹੋ ਗਈ, ਜਿਹਦੇ ਕੋਲ ਕੋਈ ਉਹਦਾ ਘਰ ਵਾਲਾ ਬੱਚਾ ਨਹੀਂ ਸੀ, ਕੋਈ ਹੋਰ ਨਹੀਂ ਸੀ, ਜਦ ਕਿ ਇਹ ਉਹਦੇ ਪੈਸੇ ਤੇ ਐਸ਼ ਕਰ ਰਿਹਾ ਸੀ, ਕਿਉਂਕਿ ਉਹਨੂੰ ਹਿੱਸਾ ਨਾ ਦੇਣਾ ਪਏ, ਜਿਸ ਕਰਕੇ ਇਹਨੇ ਝੂਠ ਬੋਲਿਆ, ਜੋ ਮੈਂ ਸਮਝਦੀ ਹਾਂ।